ਵਿਦਿਆਰਥੀਓ, ਮੇਰੇ ਹੰਸਪਾਲ ਸਿੰਘ ਗਿੱਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ 8ਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਅਧਿਆਇ 12 ਘਾਤ ਅੰਕ ਅਤੇ ਘਾਤ ਨੂੰ ਪੜਾਂਗੇ। ਇਸ ਅਧਿਆਇ ਵਿੱਚ ਅੱਜ ਆਪਾਂ ਘਾਤ ਅੰਕਾਂ ਦੇ ਨਿਯਮਾਂ ਬਾਰੇ ਪੜਾਂਗੇ। ਘਾਤ ਅੰਕਾਂ ਦੇ ਨਿਯਮ ਜੋ ਹਨ ਉਹ ਇਸ ਪ੍ਰਕਾਰ ਹਨ। ਆਪਾਂ ਇਹਨਾਂ ਸਾਰੇ ਨਿਯਮਾਂ ਨੂੰ ਵਿਸਤਾਰ ਵਿੱਚ ਉਦਾਹਰਨਾਂ ਸਹਿਤ ਪੜਾਂਗੇ। ਸੋ ਪਹਿਲਾ ਨਿਯਮ ਹੈ ਕਿ ਜਦੋਂ ਘਾਤ ਨੈਗੇਟਿਵ ਹੈ, ਇੱਥੇ a ਦੀ ਘਾਤ -m ਹੈ। ਅਸੀਂ ਪਿਛਲੇ ਲੈਸਨ ਵਿੱਚ ਇਸ ਨੂੰ ਕਿਸ ਤਰ੍ਹਾਂ ਧਨਾਤਮਕ ਕਰਨਾ ਹੈ ਪੜ੍ਹ ਚੁੱਕੇ ਹਾਂ ਕਿ ਅਗਰ a ਦੀ ਘਾਤ -m ਹੈ ਤੇ ਉਸ ਨੂੰ 1/a ਦੀ ਘਾਤ +m ਲਿਖਾਂਗੇ। ਔਰ ਇਸ ਦੇ ਉਲਟ ਵੀ ਜੇਕਰ ਲੋੜ ਪਏ ਤਾਂ ਕਿਸੇ ਆਧਾਰ ਦੀ ਘਾਤ ਅਗਰ ਪੋਜ਼ਿਟਿਵ ਹੈ ਤਾਂ ਉਸ ਨੂੰ ਅਸੀਂ ਉਸੇ ਤਰ੍ਹਾਂ ਹੀ 1/- ਨੈਗੇਟਿਵ ਵੀ ਕਰ ਸਕਦੇ ਹਾਂ। ਪੋਜ਼ਿਟਿਵ ਹੈ ਤੇ ਉਸ ਨੂੰ 1/a ਦੀ ਘਾਤ, ਜਿਸ ਤਰ੍ਹਾਂ m ਪੋਜ਼ਿਟਿਵ ਹੈ m ਨੈਗੇਟਿਵ ਹੋ ਗਈ। ਇੱਥੇ a ਦੀ ਘਾਤ -m ਹੈ ਤੇ ਉਹ 1/+m ਹੋ ਗਈ। ਇਹ ਦੋਵੇਂ ਤਰ੍ਹਾਂ ਨਾਲ ਨੈਗੇਟਿਵ ਨੂੰ ਪੋਜ਼ਿਟਿਵ ਔਰ ਪੋਜ਼ਿਟਿਵ ਘਾਤ ਨੂੰ ਬਟੇ 'ਚ ਲਿਆ ਕੇ ਨੈਗੇਟਿਵ ਕਰ ਸਕਦੇ ਹਾਂ। ਸੋ ਜੋ ਦੂਸਰਾ ਨਿਯਮ ਹੈ ਉਹ ਅਸੀਂ 7ਵੀਂ ਕਲਾਸ ਵਿੱਚ ਵੀ ਪੜ੍ਹਿਆ ਹੈ ਕਿ ਅਗਰ ਦੋ ਅਸੀਂ ਘਾਤ ਅੰਕੀ ਰੂਪ ਹਨ, ਉਹਨਾਂ ਨੂੰ ਗੁਣਾ ਕਰਨਾ ਹੈ ਔਰ ਉਹਨਾਂ ਦੇ ਆਧਾਰ ਬਰਾਬਰ ਹਨ। ਇਸ ਗੱਲ ਵੱਲ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਗਰ ਉਹਨਾਂ ਦੇ ਆਧਾਰ ਬਰਾਬਰ ਹਨ, ਜਿਸ ਤਰ੍ਹਾਂ ਇਹਦੇ ਵਿੱਚ ਵੀ ਆਧਾਰ a ਹੈ ਔਰ ਇੱਥੇ ਵੀ ਆਧਾਰ a ਹੈ ਔਰ ਇਹਨਾਂ ਨੂੰ ਅਸੀਂ ਗੁਣਾ ਕਰਨਾ ਹੈ ਤੇ ਫਿਰ ਇੱਕ ਹੀ ਆਧਾਰ ਲਿਖਾਂਗੇ। ਜਿਸ ਤਰ੍ਹਾਂ ਇੱਥੇ 2 ਵਾਰੀ a ਹੈ, ਇਸ ਤੋਂ ਜ਼ਿਆਦਾ ਵਾਰੀ ਵੀ ਹੋ ਸਕਦਾ ਹੈ। ਸੋ ਇੱਕ ਵਾਰੀ ਆਧਾਰ ਲਿਖ ਕੇ ਇਸ ਦੀਆਂ ਜੋ ਘਾਤਾਂ ਹਨ m ਔਰ n, ਇਹਨਾਂ ਨੂੰ ਅਸੀਂ ਪਲੱਸ ਕਰ ਦੇਵਾਂਗੇ। 7ਵੀਂ ਕਲਾਸ ਵਿੱਚ ਇਹ ਘਾਤਾਂ ਸਿਰਫ ਧਨਾਤਮਕ ਸੀ। 8ਵੀਂ ਵਿੱਚ ਫਰਕ ਇਹ ਆ ਕਿ ਇਹ ਘਾਤ ਜੋ ਹੈ ऋणात्मक ਵੀ ਹੋ ਸਕਦੀ ਹੈ। ਸੋ ਪਹਿਲਾ ਨਿਯਮ ਅਸੀਂ ਪੜ੍ਹ ਚੁੱਕੇ ਹਾਂ। ਦੂਸਰਾ ਨਿਯਮ ਅੱਜ ਅਸੀਂ ਪੜ੍ਹਾਂਗੇ ਕਿ ਅਗਰ ਆਧਾਰ ਬਰਾਬਰ ਹਨ ਔਰ ਗੁਣਾ ਦਾ ਨਿਸ਼ਾਨ ਹੈ ਤੇ ਫਿਰ ਇੱਕ ਹੀ ਆਧਾਰ ਲਿਖ ਕੇ ਇਹ ਘਾਤਾਂ ਨੂੰ ਅਸੀਂ ਪਲੱਸ ਕਰ ਦਿੰਦੇ ਹਾਂ। ਸੋ ਤੀਸਰਾ ਨਿਯਮ ਇੱਕ ਹੀ ਆਧਾਰ, ਇੱਥੇ ਵੀ a ਹੈ ਇੱਥੇ ਵੀ a ਹੈ, ਪਰ ਇਹ ਭਾਗ ਦਾ ਨਿਸ਼ਾਨ ਹੈ। ਭਾਗ ਦਾ ਨਿਸ਼ਾਨ ਭਾਵ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ a ਦੀ m ਭਾਗ a ਦੀ n, ਜਾਂ ਉਸ ਨੂੰ ਦੂਸਰੇ ਰੂਪ ਵਿੱਚ a ਦੀ m/a ਦੀ n। ਇਸ ਦਾ ਔਰ ਇਸ ਦਾ ਇੱਕ ਹੀ ਮਤਲਬ ਹੈ। ਆਧਾਰ a ਔਰ a ਸਮਾਨ ਹਨ ਔਰ ਇੱਕ ਵਾਰੀ ਆਧਾਰ ਲਿਖ ਕੇ ਉੱਪਰ ਵਾਲੀ ਘਾਤ ਨੂੰ ਪਹਿਲੇ ਲਿਖਾਂਗੇ ਔਰ ਜਿਹੜੀ ਨੀਚੇ ਵਾਲੀ ਘਾਤ ਹੈ ਉਸ ਨੂੰ ਅਸੀਂ ਉੱਪਰ ਵਾਲੀ ਘਾਤ m ਵਿੱਚੋਂ n ਨੂੰ ਮਾਈਨਸ ਕਰਾਂਗੇ। ਇਸ ਦਾ ਅਗਰ ਇਸ ਨੂੰ ਇਸ ਰੂਪ ਵਿੱਚ ਲਿਖਿਆ ਹੈ ਤੇ ਫਿਰ ਵੀ ਇਹਦਾ ਉੱਤਰ ਇਹੀ ਹੈ ਕਿ ਆਧਾਰ a ਇੱਕ ਵਾਰੀ ਲਿਖ ਕੇ ਪਹਿਲੀ ਘਾਤ ਵਿੱਚੋਂ ਦੂਸਰੀ ਨੂੰ ਮਾਈਨਸ ਕਰਨਾ ਹੈ। ਪਹਿਲੀ ਘਾਤ m ਵਿੱਚੋਂ n ਨੂੰ ਮਾਈਨਸ ਕਰਨਾ ਹੈ। ਇਸ ਤਰ੍ਹਾਂ m ਵਿੱਚੋਂ n ਨੂੰ ਮਾਈਨਸ ਕਰਨਾ ਹੈ। ਸੋ ਤੀਸਰਾ ਨਿਯਮ ਅਸੀਂ ਡਿਸਕਸ ਕਰ ਲਿਆ ਹੈ। ਚੌਥਾ ਨਿਯਮ, ਇੱਕ ਹੀ ਆਧਾਰ ਉੱਪਰ 2 ਘਾਤਾਂ ਹਨ। ਨੋਟ ਕਰੋ, ਇੱਥੇ 2 ਆਧਾਰ ਸੀ, ਇੱਥੇ ਆਧਾਰ ਇੱਕ ਹੀ ਹੈ, ਘਾਤ m ਫਿਰ ਘਾਤ n। ਫਿਰ ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਕਰਦੇ ਹਾਂ ਕਿ ਇਹ ਜਿਹੜੀਆਂ 2 ਘਾਤਾਂ m ਔਰ n ਹਨ, ਇਹਨੂੰ ਇੱਕ ਹੀ ਆਧਾਰ a ਲਿਖ ਕੇ m ਔਰ n ਨੂੰ ਆਪਸ ਵਿੱਚ ਗੁਣਾ ਕਰਦੇ ਹਾਂ। m n ਮਤਲਬ m ਗੁਣਾ n, ਔਰ
ਪੰਜਵਾਂ ਨਿਯਮ ਹੈ ਕਿ ਆਧਾਰ ਅਲੱਗ ਹਨ। A B ਆਧਾਰ ਅਲੱਗ ਹਨ ਪਰ ਘਾਤਾਂ ਸੇਮ ਹਨ, ਇੱਕੋ ਜਿਹੀਆਂ ਹਨ। ਇਹਦੇ ਵਿੱਚ ਆਧਾਰ ਸੇਮ ਸੀ ਪਰ ਘਾਤਾਂ ਅਲੱਗ ਸੀ। ਇਸ ਦੇ ਉਲਟ ਹੋ ਗਿਆ, ਆਧਾਰ ਅਲੱਗ ਘਾਤਾਂ ਸੇਮ, M ਔਰ M ਪਰ ਆਧਾਰ ਅਲੱਗ ਹਨ। ਤੇ ਫਿਰ ਅਸੀਂ ਕੀ ਕਰਦੇ ਹਾਂ, ਇਹ ਆਧਾਰ ਜੋ ਹਨ A ਔਰ B, ਇਸ ਨੂੰ ਆਪਸ ਵਿੱਚ ਗੁਣਾ ਕਰਦੇ ਹਾਂ। AB ਭਾਵ A ਗੁਣਾ B। ਇਹ AB ਦਾ ਮਤਲਬ ਹੈ A ਗੁਣਾ B। ਇਸੇ ਤਰ੍ਹਾਂ ਇੱਥੇ MN ਦਾ ਮਤਲਬ ਹੈ M ਗੁਣਾ N। ਸੋ AB ਆਧਾਰਾਂ ਨੂੰ ਗੁਣਾ ਕਰਕੇ ਘਾਤ ਸਿਰਫ ਇੱਕ ਵਾਰ ਲਿਖਦੇ। ਸੋ ਲਾਸਟ ਨਿਯਮ ਜੋ ਹੈ ਉਹ ਹੈ, ਅਗਰ ਕਿਸੇ ਆਧਾਰ ਦੀ ਘਾਤ 0 ਹੋਵੇ ਜਾਂ ਕਿਸੇ ਸੰਖਿਆ ਦੀ ਘਾਤ 0 ਹੋਵੇ ਤਾਂ ਇਸ ਦਾ ਮੁੱਲ ਹਮੇਸ਼ਾ ਹੀ 1 ਹੁੰਦਾ ਹੈ, ਸੰਖਿਆ ਚਾਹੇ ਕੋਈ ਵੀ ਹੋਵੇ। ਇਹ ਵੀ ਅਸੀਂ ਪਿਛਲੇ ਲੈਸਨ ਵਿੱਚ ਪੜ੍ਹ ਚੁੱਕੇ ਹਾਂ। ਸੋ ਇਸ ਨੂੰ ਅਸੀਂ ਵਿਸਥਾਰ ਨਾਲ ਉਦਾਹਰਨਾਂ ਲੈ ਕੇ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਨਿਯਮ ਬਿਲਕੁਲ ਸਿੱਧ ਹੁੰਦੇ ਹਨ। ਸੋ ਅਸੀਂ ਪਹਿਲਾ ਨਿਯਮ ਪਹਿਲਾਂ ਪੜ੍ਹ ਚੁੱਕੇ ਹਾਂ, ਦੂਸਰੇ ਤੋਂ ਸਟਾਰਟ ਕਰਦੇ ਹਾਂ। A ਦੀ ਘਾਤ M ਗੁਣਾ A ਦੀ ਘਾਤ N ਭਾਵ ਆਧਾਰ ਬਰਾਬਰ ਹਨ। ਸੋ ਇਸ ਨਿਯਮ ਵਿੱਚ ਇੱਕ ਵਾਰ ਆਧਾਰ ਲਿਖ ਕੇ ਤੇ ਘਾਤਾਂ ਜਾਂ ਤਾਕਤਾਂ ਨੂੰ ਅਸੀਂ ਪਲੱਸ ਕਰ ਦਿੰਦੇ ਹਾਂ। ਸੋ ਇਸ ਦੀ ਉਦਾਹਰਨ ਹੈ ਕਿ ਅਗਰ 2 ਦੀ ਘਾਤ 5 ਹੈ ਔਰ 2 ਦੀ ਘਾਤ 3 ਹੈ, 2 ਨੂੰ ਅਸੀਂ 5 ਵਾਰ ਲਿਖਾਂਗੇ। 2 ਦੀ ਘਾਤ 5 ਭਾਵ 2 ਗੁਣਾ 2 ਗੁਣਾ 2 ਗੁਣਾ 2 ਗੁਣਾ 2, ਔਰ 2 ਦੀ ਘਾਤ 3 ਹੈ ਔਰ ਇਹ ਹੋ ਗਿਆ 2 ਦੀ ਘਾਤ 5, ਫਿਰ 2 ਦੀ ਘਾਤ 3, ਇਹ ਗੁਣਾ ਦਾ ਨਿਸ਼ਾਨ, ਅੱਗੇ 2 ਦੀ ਘਾਤ 3 ਮਤਲਬ 2 ਗੁਣਾ 2 ਗੁਣਾ 2। ਸੋ ਇਹ ਘਾਤਾਂ ਨੂੰ ਅਸੀਂ ਐਕਸਪੈਂਡ ਕਰਕੇ ਲਿਖ ਦਿੱਤਾ ਤੇ ਵਿਦਿਆਰਥੀਓ ਦੇਖਦੇ ਹਾਂ ਕਿ ਸਾਰੇ 2 ਹੀ ਹਨ ਔਰ 1 2 3 4 5 6 7 8 8 ਵਾਰੀ 2 ਭਾਵ 2 ਦੀ ਘਾਤ 8। ਹੁਣ ਦੇਖਦੇ ਹਾਂ ਕਿ 8 5 ਔਰ 3 ਦਾ ਜੋੜ ਹੈ। तो इसलिए ये सिद्ध हो गया कि ये 8 इन्हां घातां नूं जोड़ करके आया है 5 जमा 3। सो ये असी पहला नियम है, पर इस नूं असी धनात्मक घातां लैके कीता है। हुण असी इस नूं ऋणात्मक घातां लै करदे हां, जिस तरह 3 दी घात 5 गुणा 3 दी घात 2 माइनस 2। एक घात धनात्मक है, दूसरी घात ऋणात्मक है। सो इस विच हुण असी देखते हाँ कि 3 दी घात 5 गुणा ये जो असी पिछले लैसन विच पढ़िया सी जां अज भी मैं ये दस्सिया है कि अगर कोई घात ऋणात्मक है तो इसनूं बटे विच लिखण नाल 1 ए इत्थे m माइनस है और प्लस हो गई। इस तरह ही असी इत्थे 3 दी घात -2 है, इसनूं 1/3 दी घात +2 लिख दें। वो घात जो ऋणात्मक सी वो धनात्मक हो गई। हुण असी इसनूं एक्सपैंड करते हाँ। 3 दी घात 5 भाव 3 गुणा 3 गुणा 3 गुणा 3 गुणा 3, 5 बार साढ़े कोल 3 आ गया। ये 3 दी घात 5 गुणा ये वाला गुणा का निशान 1/3 दी घात 2, मतलब 3 नूं 2 बार गुणा। सो इस विच असी ये 3 नूं इस 3 नाल और इस 3 नूं इस 3 नाल कैंसल करते हैं, भाव 3 नूं 3 नाल भाग करांगे 1, 3 नूं 3 नाल भाग करांगे 1, ते साडे कोल 3 गुणा 3 गुणा 3 3 वारी 3 बच गया, मतलब 3 दी घात 3। हुण असी देखते हाँ कि ये आधार 3 है
और ये घाता 5 और -2 5 और जमा -2 जिस तरह के ये नियम ਵਿੱਚ ਲਿਖਿਆ ਹੈ ਕਿ ਅਗਰ ਆਧਾਰ ਬਰਾਬਰ ਹਨ ਤਾਂ ਫਿਰ ਉਹਨਾਂ ਦੀਆਂ ਘਾਤਾਂ ਨੂੰ ਜਮਾ ਕਰਨਾ ਹੈ। ਮੈਂ ਵੀ ਇੱਥੇ ਆਧਾਰ ਬਰਾਬਰ ਹਨ 3 ਆਧਾਰ ਹੈ ਘਾਤਾਂ 5 ਅਤੇ -2 ਹੈ ਇਹਨਾਂ ਨੂੰ ਜਮਾ ਕਰਤਾ 5 ਜਮਾ -2 ਸਾਡੇ ਕੋਲ ਪ੍ਰਾਪਤ ਹੋ ਗਿਆ 3 5 ਜਿਸ ਤਰ੍ਹਾਂ ਕਿ ਤੁਸੀਂ ਪੜਿਆ ਹੈ ਜਮਾ ਔਰ ਘਟਾਓ ਦਾ ਵਿੱਚ ਇਹ ਘਟਾਓ ਦੇ ਨਿਸ਼ਾਨ ਵਿੱਚ ਤਬਦੀਲ ਹੋ ਜਾਵੇਗਾ। ਸੋ 3 ਦੀ ਘਾਤ 5 ਘਟਾਓ 2 3 ਸੋ ਇਸ ਤਰ੍ਹਾਂ ਵਿਦਿਆਰਥੀਓ ਇਸ ਨੂੰ ਅਸੀਂ ਪਹਿਲਾਂ ਹੱਲ ਕੀਤਾ ਤੇ ਫਿਰ ਵੀ ਸਾਡੇ ਕੋਲ ਉੱਤਰ 3 ਦੀ ਘਾਤ 3 ਆਇਆ। ਫਿਰ ਇਸ ਨੂੰ ਅਸੀਂ ਦੂਸਰੇ ਰੂਪ ਵਿੱਚ ਲਿਖਿਆ ਕਿ ਕੀ ਇਹ ਆਧਾਰ ਤੇ ਘਾਤਾਂ ਨੂੰ ਜਮਾ ਕੀਤਾ ਆਧਾਰ ਬਰਾਬਰ ਸੀ ਘਾਤਾਂ ਨੂੰ ਜਮਾ ਕੀਤਾ ਤੇ ਜਮਾ ਕਰਕੇ ਵੀ ਸਾਡੇ ਕੋਲ 3 ਦੀ ਘਾਤ 3 ਔਰ 3 ਦੀ ਘਾਤ 3 ਆਇਆ। ਸੋ ਦੋ ਉਦਾਹਰਨਾਂ ਨਾਲ ਅਸੀਂ ਇਸ ਫਾਰਮੂਲੇ ਨੂੰ ਸਿੱਧ ਕੀਤਾ ਕਿ ਘਾਤ ਧਨਾਤਮਕ ਵੀ ਹੈ ਔਰ ਘਾਤ ऋणात्मक ਵੀ ਹੈ। ਸੋ ਇਹ ਸਾਡਾ ਦੂਸਰਾ ਨਿਯਮ ਸੀ। ਹੁਣ ਅਸੀਂ ਇਸ ਤੋਂ ਅੱਗੇ ਵਧਦੇ ਹਾਂ। ਸੋ ਤੀਸਰਾ ਨਿਯਮ ਉਹ ਵੀ ਅਸੀਂ ਇਸੇ ਤਰ੍ਹਾਂ ਉਦਾਹਰਨ ਲੈ ਕੇ ਤੇ ਉਸ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲਓ ਵੀ ਆਪਾਂ ਹੁਣ ਨਿਯਮ ਨੰਬਰ 3 ਕੀ ਹੈ ਨਿਯਮ ਨੰਬਰ 3 ਨੰਬਰ ਨਿਯਮ ਇਹ ਵਾਲਾ ਇੱਕ ਹੀ ਆਧਾਰ A ਹੈ ਉਸ ਨੂੰ ਉਸ ਦੀ ਘਾਤ m ਹੈ ਤੇ ਬਟਾ ਫਿਰ ਆਧਾਰ A ਹੈ ਤੇ ਘਾਤ n ਹੈ। ਫਿਰ ਆਧਾਰ ਇੱਕ ਵਾਰੀ ਹੀ ਲਿਖਣਾ ਹੈ ਅੰਸ਼ ਵਾਲੀ ਜੋ ਘਾਤ ਹੈ ਉਸ ਵਿੱਚੋਂ ਹਰ ਵਾਰੀ ਘਾਤ ਨੂੰ ਮਾਈਨਸ ਕਰਨਾ। ਇਸ ਲਈ ਉਦਾਹਰਨ ਲੈਂਦੇ ਹਾਂ 4 ਘਾਤ 3 ਬਟਾ 4 ਘਾਤ 2 ਸੋ 4 ਨੂੰ 3 ਵਾਰੀ ਗੁਣਾ ਕਰਦੇ हैं 4 गुणा 4 गुणा 4 क्योंकि 4 ਦੀ ਘਾਤ 3 ਹੈ 4 गुणा 4 गुणा 4 बटा 4 ਦੀ ਘਾਤ 2 है 4 गुणा 4 ਸੋ ਸਾਡੇ ਕੋਲ ਕੀ ਪ੍ਰਾਪਤ ਹੋ ਗਿਆ ਇਹ 4 ਨਾਲ ਇਹ 4 ਕੈਂਸਲ 4 ਨੂੰ 4 ਨਾਲ ਭਾਗ ਕੀਤਾ ਕੈਂਸਲ ਭਾਵ 1 ਆ ਗਿਆ ਸਾਡੇ ਕੋਲ 1 4 ਬਚੇ। ਸੋ ਨਿਯਮ ਦੇ ਹਿਸਾਬ ਨਾਲ ਇਹ ਆਧਾਰ ਇੱਕ ਵਾਰੀ ਹੀ ਲਿਖਣਾ ਹੈ 4 और 4 और ਉੱਪਰਲੀ ਘਾਤ 3 ਵਿੱਚੋਂ ਥੱਲੇ ਦੀ ਘਾਤ 2 ਨੂੰ ਮਾਈਨਸ ਕਰਨਾ ਹੈ ਫਿਰ ਸਾਡੇ ਕੋਲ 4 ਹੈ ਔਰ ਇਸ ਨੂੰ ਅਸੀਂ ਬਿਨਾਂ ਨਿਯਮ ਤੋਂ ਜਦੋਂ ਹੱਲ ਕੀਤਾ ਫਿਰ ਵੀ ਉੱਤਰ ਇਹਦਾ 4 ਆਇਆ। ਜਦੋਂ ਇਸ ਵਿੱਚ ਨਿਯਮ ਦੀ ਵਰਤੋਂ ਕੀਤੀ ਤੇ ਫਿਰ ਸਾਡੇ ਕੋਲ 4 ਦੀ ਘਾਤ ਤੇ 1 ਹੈ ਸਾਨੂੰ ਸਪਸ਼ਟ ਦਿਖਦਾ ਹੈ ਕਿ 3 ਵਿੱਚੋਂ ਅਗਰ ਮੈਂ 2 ਮਾਈਨਸ ਕਰਾਂ ਤੇ 1 ਪ੍ਰਾਪਤ ਹੋ ਜਾਏਗਾ ਤੇ ਫਿਰ ਮੈਂ ਇੱਕ ਵਾਰੀ ਹੀ ਆਧਾਰ ਲਿਖ ਕੇ ਉੱਪਰਲੀ ਘਾਤ 3 ਵਿੱਚੋਂ 2 ਨੂੰ ਮਾਈਨਸ ਕੀਤਾ ਤੇ 4 ਦੀ ਘਾਤ 1 ਪ੍ਰਾਪਤ ਹੋ। ਹੁਣ ਅਸੀਂ ਇਸ ਨਿਯਮ ਨੂੰ ऋणात्मक ਘਾਤਾਂ ਲੈ ਕੇ ਸਿੱਧ ਕਰਦੇ ਹਾਂ। ਸੋ ऋणात्मक ਘਾਤਾਂ ਇੱਥੇ ਲੈ ਲੈਂਦੇ ਹਾਂ। ਮੈਂ ਇੱਥੇ 4 ਦੀ ਘਾਤ ਮੰਨ ਲਓ 3 ਲੈਂਦਾ ਹਾਂ ਪਰ ਇਹ 4 ਦੀ ਘਾਤ ਨੂੰ ऋणात्मक 2 ਕਰ ਦਿੰਦਾ। ਸੋ ਅਸੀਂ ਜੋ ਇਹ ਪਹਿਲੇ ਨਿਯਮ ਵਿੱਚ ਪੜਿਆ ਹੈ ਕਿ ਅਗਰ ਕੋਈ ਘਾਤ ਬਟੇ ਵਿੱਚ ऋणात्मक ਹੈ ਉਹ ਉੱਪਰ ਜਾ ਕੇ ਧਨਾਤਮਕ ਵੀ ਹੋ ਜਾਵੇਗੀ। ਜਿਸ ਤਰ੍ਹਾਂ ਮੰਨ ਲਓ 1/2 ਦੀ ਘਾਤ -3 ਹੈ ਤੇ ਇਹ 2 ਦੀ ਘਾਤ ਉੱਪਰ ਜਾ ਕੇ +3 ਹੋ ਜਾਵੇਗੀ। ਸੋ ਇਸ ਨਿਯਮ ਨੂੰ ਸਿੱਧ ਕਰਨ ਲਈ 4 ਦੀ ਘਾਤ 3 ਗੁਣਾ ਇਹ ਘਾਤ ऋणात्मक है। पहला इस ਨੂੰ मैं
ਧਨਾਤਮਕ ਚ ਪਰਿਵਰਤਿਤ ਕਰਦਾ ਹਾਂ। ਇਹ 4 ਦੀ ਘਾਤ -2 ਨੂੰ ਅਗਰ ਮੈਂ ਇੱਥੋਂ ਨੀਚੇ ਤੋਂ ਉੱਪਰ ਲੈ ਦੇਵਾਂਗਾ ਤੇ ਇਸ ਨਿਯਮ ਦੇ ਹਿਸਾਬ ਨਾਲ ਇਹ 4 ਦੀ ਘਾਤ ਜੋ ਹੈ ਉਹ ਧਨਾਤਮਕ ਹੋ ਜਾਵੇਗੀ। ਇਸ ਤਰ੍ਹਾਂ ਮੈਂ ਇੱਥੇ ਵੀ ਇਸ ਨੂੰ ਐਕਸਪਲੇਨ ਕੀਤਾ ਹੈ। तो इस दे उल्ट है, अगर घात ऋणात्मक है ऊपर आके दूजी साइड ते ये देखो ऊपर जाके घात धनात्मक हो। हुण असीं इस नूं एक्सपेंड करते हाँ, 4 नूं 3 बार और फिर 4 नूं 2, 4 नूं 3 बार पहली संख्या, फिर 4 की घात 2, 4 नूं 2 बार। सो टोटल गिनते हैं साढ़े कोल 4, 1 2 3 4 5 हो गए। सो साढ़े कोल 4 ਦੀ ਘਾਤ 5 आ गया। ये असी निजम तो बिना इसनों हल किया है। हुण असी निजम के हिसाब नाल हल करते हैं कि अगर 4 की घात 3 है, नीचे 4 की घात -2 है, तो फिर साढ़े कोल इस आधार 4 नूं जो कि सेम है एक बार लिखते हैं, ऊपर वाली घात 3 है और ये देखो नियम है कि आधार एक बार लिख लिया ए इस तरह ही इत्थे 4 4 4 लिख लिया, ऊपर वाली घात m विचों नीचे वाली घात n नूं माइनस करना है और ऊपर वाली घात मैं लिख चुका हाँ 3, माइनस करना है नीचे वाली घात। नोट करो इत्थे 2 माइनस हैं, एक घात का माइनस है, एक फार्मूले दे विच जो माइनस है, ये वाला माइनस फार्मूले का है और ये वाला जो माइनस है 2 ये घात का है। सो इस फार्मूले के हिसाब नाल साडे कोल 4 ऊपर घात 3 2 बारी माइनस होण ये असीं पढ़िया है, माइनस और माइनस प्लस हो जाएगा 2। सो साडे कोल 4 की घात 3 जमा 2 5 आ गया। सो जो असी इसनों एक्सपेंड करके बिना फार्मूले तो किया फिर भी इसका उत्तर 4 की घात 5 आया और जो असी फार्मूले नूं इस्तेमाल करके किया फिर भी साडे कोल 4 की घात 5 ही आया। वो इस तरह असी ये नियम नंबर 3 नूं कीता है। अगे चलते हाँ, नियम नंबर 5 4 करते हाँ, 3 कर चुके हाँ और इस विच देखो ये नियम नंबर 4 है। एक ही आधार ए दे उपर 2 घातां, आधार ए और उस दियां 2 घातां, आधार ए घात m और फिर घात n, ये वाला नियम कर रहे हैं। आधार ए की घात m और n और की है नियम कि आधार लिख के 2 घातां होण ते इन्हां नूं आपस विच गुणा कर देना है, m गुणा n भाव mn जां m गुणा n भी लिख सकते हाँ। सो इस नियम नूं असीं हुण हल करते हाँ जां इस नूं सिद्ध करने की कोशिश करते हाँ। 5 पहली घात 3 दूजी घात 2, पहली घात 3 दूसरी घात 2। सो विद्यार्थियों साडे कोल इस तरह कह लीए कि एक आधार 5 की घात 3 बन गया, उसकी घात 2 है, भाव 5 की घात 3 नूं आधार लेने हाँ, इसकी घात 2 है, मतलब 5 की घात 3 नूं असी 2 बार गुणा करना है। ये सारा 5 की घात 3 नूं आधार ले लिया, 5 की घात 3 क्योंकि दूसरी घात 2 है, इसका मतलब है जो भी ब्रैकेट में है आधार है 5 की ताकत 3 गुणा 5 की ताकत 3। अगर इसनों मैं एक्सपेंड करा 5 गुणा 5 गुणा 5, ये 5 की ताकत 3 फिर 5 की ताकत 3 भाव 5 गुणा 5 गुणा 5। सो साढ़े कोल आ गया 1 2 3 4 5 6 वाली 5 आया, मतलब 5 की घात
6। ਹੁਣ ਅਸੀਂ ਇਸ ਨੂੰ ਫਾਰਮੂਲੇ ਨਾਲ ਕਰਦੇ ਹਾਂ। ਦੇਖ ਸਕਦੇ ਹੋ ਕਿ ਦੋਵਾਂ ਘਾਤਾਂ ਨੂੰ ਗੁਣਾ ਕਰਾਂ ਤੇ ਮੇਰੇ ਕੋਲ 6 ਆਉਂਦਾ ਹੈ। 3 ਗੁਣਾ 2 6 ਆਉਂਦਾ ਹੈ, ਭਾਵ m ਗੁਣਾ n। तो फिर इस तो यह भी सिद्ध होता है कि एक बारी आधार लिखा कि 6 ਨੂੰ 3 गुणा 2 लिख सकते हाँ। तो 5 पहली घात 3 गुणा 2, उत्तर फिर वही आएगा 5 की घात 6, यानी कि दूसरी बार मैं इसनू इस नियम नाल हल किया है। पहली बार मैं इसनू एक्सपैंड करके हल किया सी। सो आधार 5, 3 गुणा 2 6, दोवां तरीकिਆਂ नाल नियम नाल और नियम तो बिना सेम आंसर आया 5 की घात 6। विद्यार्थियों, इसे नियम नू चौथे नियम नू असी ऋणात्मक घात लैके भी करते हैं। सो इस तरह मैं इस नू a की घात या 2 की घात 3, 2 की घात 3 उपर दूसरी घात नू ऋणात्मक। विद्यार्थियों, 4 नंबर नियम जो कि एक ही आधार उत्ते 2 घातां हन, जिस तरह के a आधार उत्ते m और n घात है और आधार नू लिख के 2 बारी गुणा करते हाँ। और इस नू असी पहला दोवें धनात्मक घातां नाल कीता है। हुण असी इस नू एक धनात्मक और एक ऋणात्मक घात नाल करदे हां। इसलिए एक उदाहरण लेंदे हां, जिस तरह 2 की घात 3, ये आधार 2 है, एक घात असी धनात्मक लई और दूसरी घात ऋणात्मक लेंदे हां। और पहला नियम के हिसाब नाल करते हैं। नियम के हिसाब नाल आधार 2 लिख के दोवें घातां, जिस तरह के पहली घात 3 और दूसरी घात -2, इन्हां नूं गुणा करते हाँ। और फिर 3 और 2 गुणा करते 6 प्राप्त होता है, क्योंकि एक ऋणात्मक संख्या है। फिर साडे कोल ये -6 आएगा। और ये पहले नियम के हिसाब नाल अगर घात ऋणात्मक है तो उसनूं बटे च लिया के धनात्मक कर सकते हाँ। इत्थे 2 ऋणात्मक घात -6, 1/2 ये घात बटे विच आके धनात्मक हो जाए। हुण असी इस नूं नियम तो बगैर करते हाँ। 2 घात 3 और दूसरी घात -2। पहला असी माइनस वाली घात नूं प्लस च बदलना है। वो नियम के हिसाब नाल 1/2 घात 3 और ये ऋणात्मक घात जो है ये धनात्मक हो गई। और फिर 1/, असी हुण देख रहे हाँ कि ये ब्रैकेट विच आधार है, भाव आधार इत्थे है 2 घात 3 और उसकी घात 2 है। ये 2 घात 3 सारे नूं असीं आधार लवांगे 2 घात 3, इस नूं 2 बारी गुणा करांगे क्योंकि इसकी घात 2 है। सो इस नूं असीं 2 बारी गुणा कीता। हुण असीं 1/2 गुणा 2 गुणा 2, जो पहली 2 की घात 3 है, इसनों एक्सपेंड किया। फिर दूसरी भी 2 की घात 3 है, इसनों भी एक्सपेंड किया। और साडे कोल पहली 2 की घात 3, दूसरी 2 की घात 3, साडे कोल 1/2 साडे कोल 1 2 3 4 5 6 बार 2 आ गया। सो फिर असीं इसनों 2 घात 6 लिख सकते हाँ। सो इस तरह नियम के हिसाब नाल करन नाल भी साडे कोल उत्तर 1/2 घात 6 आया। और दूसरे तरीके करन नाल भी साडे कोल उत्तर जो है वो 1/2 घात 6 आया। हुण असीं इस तो अगे वधदे हाँ। नियम नंबर 5 नूं करदे हाँ। नियम नंबर 5 ये देखो तुसीं
ਨਿਯਮ ਨੰਬਰ 5 ਹੈ ਕਿ ਇਸ ਵਿੱਚ ਦੋ ਅਲੱਗ-ਅਲੱਗ ਆਧਾਰ A ਅਤੇ B ਹਨ, ਪਰ ਘਾਤਾਂ ਦੋਵਾਂ ਵਿੱਚ ਸੇਮ ਹਨ। A ਦੀ ਘਾਤ ਵੀ m ਹੈ ਔਰ B ਦੀ ਘਾਤ ਵੀ m ਹੈ। ਇਹ ਵਾਲਾ ਨਿਯਮ ਅਸੀਂ ਕਰਨਾ ਹੈ 5। ਆਧਾਰ A ਘਾਤ m, दूसरा आधार B, आधार अलग हो गया पर घात उसकी भी m है, और इस नियम विच दोवें आधारां नूं असीं आपस विच गुणा कर दिंदे हां और घात नूं एक बार ही लिखते। इस नूं A गुणा B दो आधार गुणा कीती, घात m। दूसरी तरह अलजबरे विच जिस तरह पढ़िया है A और B नूं गुणा करिए ते AB भाव वही है A गुणा B घात m। सो जो 2 नंबर नियम सी इस विच आधार बराबर सी पर घातां जो हन वो अलग सी। पर जिहड़ा साडे कोल 5 नंबर नियम है, इत्थे मैं लिखिया है 5 नंबर नियम, इस विच आधार अलग हन पर घातां सेम। सो इसनूं असीं करदे हां, इसलिए उदाहरण लैंदे हां 4 घात 3 गुणा 2 घात 3। पहला नियम के अनुसार करते हैं। नियम के अनुसार अलग अलग आधार हैं, भाव इत्थे A की कीमत जिस तरह 4 B की 2, दोवां आधारां नूं नियम के हिसाब नाल गुणा करना है। 4 और 2 आधार हैं, गुणा किया और घात जो 3 है जिस तरह कि इत्थे एक बार पाई है m, एक बार इस्तेमाल किया, इत्थे घात 3 है, एक बार ही लिखांगे। सो 4 और 2 नूं गुणा करांगे 8 घात 3। सो ये नियम नाल कीता है। हुण असीं इस नूं दूसरे तरीके नाल करदे हां। 4 घात 3 गुणा 2 घात 3। 4 घात 3 मतलब 4 नूं 3 बार, गुणा 2 घात 3 मतलब 2 नूं 3 बार लिख दिता। हुण देखो तुसीं कि साडे कोल 3 ही 4 हैं, 4 3 बार हैं और 2 भी 3 बार हैं। असी 4 और 2 का एक एक जोड़ा बनाना है, 4 गुणा 2, फिर 4 और 2 का दूसरा जोड़ा, और फिर 4 और 2 का तीसरा जोड़ा। सो एक 4 नाल एक 2 नूं लैके असी 3 4 ले और 3 ही 2 ले। इस तरह हुण 4 गुणा 2 इनू 8 च तब्दील कर देंगे हाँ, फिर 4 गुणा 2 8 च तब्दील कर देंगे हाँ, और फिर 4 गुणा 2 8 विच तब्दील कर दिया। सो इस तरह साडे कोल 3 बार 8 प्राप्त हो गया। सो इस नू असी 8 की घात 3 लिखांगे। सो देखो कि जो असी पहला इस नू नियम के हिसाब नाल हल किया सी ते फिर भी आंसर 8 की घात 3 आया, ते दूसरी बार इस नू असी एक्सपेंड करके हल किया ते फिर भी इसदा आंसर 8 की घात 3 आया। सो इस तरह असी ये 5वें नियम नू भी इस तरह समझने की कोशिश की है। सो लास्ट जो नियम है A की घात 0 बराबर 1, पिछले लैसन विच असी इस नू सिद्ध भी किया सी और पढ़िया भी सी। अज इस नू एक बार फिर रिवाइज कर लेंदे हाँ। A घात 0 1, कोई होर आधार ना लेंदे हाँ कि जो किसी भी आधार की घात 0 है तो वह आंसर 1 आउंदा है। जिस तरह 8 घात 0 1, 105 घात 0 फिर भी आंसर 1, C घात 0 फिर भी इसका आंसर है वो 1 ही आएगा। सो इस तो ये है तुसी लेना कि जो किसी भी आधार की घात जो है 0 है, आधार चाहे कुछ भी है, इत्थे आधार A है 8 है 105 है C है, और उसका आंसर हमेशा 1 ही आएगा। जिस तरह कोई बहुत वड्डी रकम है 1 8 5 3 7, अगर इसकी घात 0 हो गई तो फिर इसका आंसर 1 आ। सो
ਵਿਦਿਆਰਥੀਓ, ਅੱਜ ਅਸੀਂ ਇਸ ਅਧਿਆਏ 12 ਵਿੱਚ ਘਾਤ ਅੰਕਾਂ ਦੇ ਨਿਯਮਾਂ ਬਾਰੇ ਗੱਲ ਕੀਤੀ ਹੈ। ਮੈਂ ਕੁੱਲ ਤੁਹਾਨੂੰ 6 ਨਿਯਮ ਪੜ੍ਹਾਏ ਹਨ ਔਰ ਉਹਨਾਂ ਨੂੰ ਮੈਂ ਸਿੱਧ ਕਰਕੇ ਵੀ ਦੱਸਿਆ ਹੈ। ਸੋ ਇਹਨਾਂ ਨਿਯਮਾਂ ਦੀ ਵਰਤੋਂ ਕਰਕੇ ਆਪਾਂ ਇਸ ਅਧਿਆਏ ਦਾ ਅਗਲਾ ਜੋ ਚੈਪਟਰ ਹੈ, ਐਕਸਰਸਾਈਜ਼ ਹੈ, ਉਹ ਕਰਨੀ ਹੈ। ਇਹਨਾਂ ਨੂੰ ਬਾਰ-ਬਾਰ ਦੁਹਰਾਉਂਦੇ ਰਹਿਣਾ ਹੈ। ਆਸ ਕਰਦਾ ਹਾਂ ਕਿ ਜੋ ਮੈਂ ਤੁਹਾਨੂੰ ਕਰਾਇਆ ਹੈ ਇਹ ਤੁਹਾਨੂੰ ਸਮਝ ਆਇਆ ਹੋਵੇਗਾ। ਧੰਨਵਾਦ।